ਰਾਜਿੰਦਰ ਸਿੰਘ। 100 ਸ਼ਬਦ ਪ੍ਰਤੀ ਮਿੰਟ ਕਿਤਾਬ ਵਿੱਚੋਂ। ਪੈਰਾ ਨੰਬਰ 26। ਸਪੀਡ 100। ਬੀ ਰੈਡੀ। ਸਟਾਰਟ। ਇਸ ਪੱਤਰ ਸਹਿਤ ਲਿਖਿਆ ਜਾਂਦਾ ਹੈ ਕਿ ਸਾਲਾਨਾ ਬਦਲੀਆਂ ਕਰਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਧਾਰਨ ਤੌਰ 'ਤੇ ਸਹਾਇਕ ਲਾਈਨਮੈਨ ਨੂੰ ਮੰਡਲ ਤੋਂ ਬਾਹਰ ਨਹੀਂ ਬਦਲਿਆ ਜਾਣਾ ਚਾਹੀਦਾ, ਪਰ ਜੇ ਮੰਡਲ ਅਧੀਨ ਸਾਰੇ ਉਪ ਮੰਡਲ ਇੱਕੋ ਸਥਾਨ ਵਿੱਚ ਵਾਕਿਆ ਹੋਣ ਤਾਂ ਸਹਾਇਕ ਲਾਈਨਮੈਨ ਨੂੰ ਨਿਗਰਾਨ ਇੰਜੀਨੀਅਰ ਦੁਆਰਾ ਲੋਕ ਹਿੱਤ ਵਿੱਚ ਇੱਕ ਮੰਡਲ ਤੋਂ ਦੂਜੇ ਮੰਡਲ ਵਿੱਚ ਬਦਲਿਆ ਜਾ ਸਕਦਾ ਹੈ, ਪਰੰਤੂ ਸ਼ਰਤ ਇਹ ਹੈ ਕਿ ਸਹਾਇਕ ਲਾਈਨਮੈਨ ਦੀ ਇੱਕ ਉਪ ਮੰਡਲ ਵਿੱਚ ਠਹਿਰ 5 ਸਾਲਾਂ ਤੋਂ ਵੱਧ ਹੋਵੇ। ਡੰਡੀ। ਉਹਨਾਂ ਕੇਸਾਂ ਵਿੱਚ ਜਿੱਥੇ ਅਨੁਸ਼ਾਸਨੀ ਕਾਰਵਾਈ ਜਾਂ ਤਰੱਕੀ ਜਾਂ ਬੇਨਤੀ ਦੀ ਸ਼ਮੂਲੀਅਤ ਹੋਵੇ, ਨਿਗਰਾਨ ਇੰਜੀਨੀਅਰ ਨੂੰ 5 ਸਾਲਾਂ ਦੀ ਇਸ ਸੀਮਾ ਦੀ ਪਾਲਣਾ ਕਰਨ ਲਈ ਕੋਈ ਲੋੜ ਨਹੀਂ ਹੋਵੇਗੀ। ਡੰਡੀ। ਇਸੇ ਤਰ੍ਹਾਂ ਲਾਈਨਮੈਨ ਨੂੰ ਸਧਾਰਨ ਤੌਰ 'ਤੇ ਸਰਕਲ ਤੋਂ ਬਾਹਰ ਨਹੀਂ ਬਦਲਿਆ ਜਾਣਾ ਚਾਹੀਦਾ, ਪਰੰਤੂ ਜੇਕਰ ਸਰਕਲ ਦੇ ਸਾਰੇ ਮੰਡਲ ਇੱਕੋ ਸ਼ਹਿਰ ਜਾਂ ਨੇੜੇ ਤੇੜੇ ਸਥਿਤ ਹੋਣ ਤਾਂ ਉਹਨਾਂ ਕੇਸਾਂ ਵਿੱਚ ਲਾਈਨਮੈਨ ਨੂੰ ਮੁੱਖ ਇੰਜੀਨੀਅਰ ਦੁਆਰਾ ਸਰਕਲ ਤੋਂ ਬਾਹਰ ਬਦਲਿਆ ਜਾ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਲਾਈਨਮੈਨ ਦੀ ਇੱਕੋ ਥਾਂ ਜਾਂ ਕਸਬੇ ਵਿੱਚ ਠਹਿਰ 5 ਸਾਲਾਂ ਨਾਲੋਂ ਵੱਧ ਹੋਵੇ। ਡੰਡੀ। ਉਹਨਾਂ ਕੇਸਾਂ ਵਿੱਚ ਜਿੱਥੇ ਅਨੁਸ਼ਾਸਨੀ ਕਾਰਵਾਈ ਜਾਂ ਤਰੱਕੀ ਜਾਂ ਬੇਨਤੀ ਦੀ ਸ਼ਮੂਲੀਅਤ ਹੋਵੇ, ਮੁੱਖ ਇੰਜੀਨੀਅਰ ਨੂੰ 5 ਸਾਲਾਂ ਦੀ ਇਸ ਸੀਮਾ ਦੀ ਪਾਲਣਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਡੰਡੀ। ਇਸ ਤੋਂ ਛੁੱਟ ਆਮ ਤੌਰ 'ਤੇ ਪਿਤਾ ਅਤੇ ਪੁੱਤਰ ਅਤੇ ਬਹੁਤ ਹੀ ਨੇੜੇ ਦੇ ਰਿਸ਼ਤੇਦਾਰਾਂ ਨੂੰ ਇੱਕੋ ਦਫ਼ਤਰ ਵਿੱਚ ਤੈਨਾਤ ਨਹੀਂ ਕੀਤਾ ਜਾਣਾ ਚਾਹੀਦਾ। ਡੰਡੀ। ਪਰੰਤੂ ਹੇਠਲੇ ਗ੍ਰੇਡ ਦੇ ਕਰਮਚਾਰੀਆਂ ਦੇ ਸੰਬੰਧ ਵਿੱਚ ਜਿੱਥੇ ਇਹ ਸਿਧਾਂਤ ਸਖਤੀ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ, ਉੱਥੇ ਅਜਿਹੇ ਕਰਮਚਾਰੀਆਂ ਦੀ ਨਿਯੁਕਤੀ ਉਸੇ ਦਫ਼ਤਰ ਦੀਆਂ ਭਿੰਨ-ਭਿੰਨ ਬ੍ਰਾਂਚਾਂ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੰਡੀ। ਜਿੱਥੋਂ ਤੱਕ ਸੰਭਵ ਹੋ ਸਕੇ ਪਤੀ ਅਤੇ ਪਤਨੀ ਨੂੰ ਇੱਕੋ ਸਥਾਨ 'ਤੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਇਹ ਬੋਰਡ ਕਰਮਚਾਰੀ ਨੂੰ ਇੱਕੋ ਸਟੇਸ਼ਨ 'ਤੇ ਰਹਿਣ ਜਾਂ ਤੈਨਾਤ ਕੀਤੇ ਜਾਣ ਦਾ ਹੱਕ ਪ੍ਰਦਾਨ ਨਹੀਂ ਕਰਦਾ। ਡੰਡੀ। ਸਮਰੱਥ ਅਧਿਕਾਰੀ ਦਾ ਬਦਲੀਆਂ ਕਰਨ ਦਾ ਹੱਕ ਰਾਖਵਾਂ ਹੈ। ਡੰਡੀ। ਦੰਪਤੀ ਨੂੰ ਇੱਕੋ ਸਟੇਸ਼ਨ 'ਤੇ ਰੱਖਣ ਲਈ ਬੋਰਡ ਵਚਨਬੱਧ ਨਹੀਂ। ਡੰਡੀ। ਵਿਸ਼ੇਸ਼ ਥਾਂ ਤੋਂ ਆਦੇਸ਼ਾਂ ਦੀ ਪ੍ਰਾਪਤੀ ਮਗਰੋਂ ਕੇਵਲ ਸੁਵਿਧਾਜਨਕ ਤੈਨਾਤੀਆਂ ਨੂੰ ਟਾਲਣ ਲਈ ਡਾਕਟਰੀ ਸਰਟੀਫਿਕੇਟ ਦੇ ਆਧਾਰ 'ਤੇ ਛੁੱਟੀ ਲਈ ਬੇਨਤੀ ਕਰਨ 'ਤੇ ਕਰਮਚਾਰੀਆਂ ਦੇ ਰੁਝਾਨ ਨੂੰ ਉਤਸ਼ਾਹ ਨਹੀਂ ਦੇਣਾ ਚਾਹੀਦਾ। ਡੰਡੀ। ਅਜਿਹੇ ਕੇਸਾਂ ਨਾਲ ਨਜਿੱਠਣ ਲਈ ਇਹ ਢੰਗ ਅਪਣਾਇਆ ਜਾਣਾ ਚਾਹੀਦਾ ਹੈ ਕਿ ਗਜ਼ਟੀ ਅਧਿਕਾਰੀ ਤੋਂ ਉਸ ਦੀ ਬਦਲੀ ਦੇ ਆਦੇਸ਼ ਹੋ ਜਾਣ। ਛੁੱਟੀ ਜੋ 1 ਮਹੀਨੇ ਤੋਂ ਵੱਧ ਨਾ ਹੋਵੇ ਦੀ ਸਿਫਾਰਸ਼ ਕਰਦਾ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਡਾਕਟਰੀ ਸਰਟੀਫਿਕੇਟ ਲੈਣਾ ਚਾਹੀਦਾ ਹੈ। ਡੰਡੀ। ਜੇਕਰ ਛੁੱਟੀ 1 ਮਹੀਨੇ ਤੋਂ ਵੱਧ ਸਮੇਂ ਲਈ ਮੰਗੀ ਗਈ ਹੋਵੇ ਤਾਂ ਕੇਵਲ ਮੈਡੀਕਲ ਬੋਰਡ ਜਾਂ ਮੈਡੀਕਲ ਕਮੇਟੀ ਵੱਲੋਂ ਜਾਰੀ ਕੀਤਾ ਡਾਕਟਰੀ ਸਰਟੀਫਿਕੇਟ ਹੀ ਪ੍ਰਵਾਨ ਕੀਤਾ ਜਾਵੇਗਾ। ਡੰਡੀ। ਇਸੇ ਤਰ੍ਹਾਂ ਅਗਜ਼ਟੀ ਕਰਮਚਾਰੀਆਂ ਦੇ ਕੇਸ ਵਿੱਚ ਮੈਡੀਕਲ ਅਫਸਰ ਵੱਲੋਂ ਜਾਰੀ ਕੀਤਾ ਡਾਕਟਰੀ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ। ਡੰਡੀ। ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਜਾਰੀ ਕੀਤਾ ਗਿਆ ਡਾਕਟਰੀ ਸਰਟੀਫਿਕੇਟ ਨਹੀਂ ਮੰਨਿਆ ਜਾਵੇਗਾ। ਡੰਡੀ। ਉਹਨਾਂ ਸਾਰੇ ਕਰਮਚਾਰੀਆਂ ਨੂੰ ਜਿਹੜੇ
ਅਗਲੇ 2 ਸਾਲਾਂ ਦੇ ਅੰਦਰ ਅੰਦਰ ਰਿਟਾਇਰ ਹੋਣੇ ਹੋਣ, ਸੇਵਾ ਨਿਵਰਤੀ ਤੱਕ ਵਰਤਮਾਨ ਨਿਯੁਕਤੀ 'ਤੇ ਕੰਮ ਕਰਦੇ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ। ਡੰਡੀ, ਕਿਰਪਾ ਕਰਕੇ ਇਸ ਪੱਤਰ ਦੀ ਪਹੁੰਚ ਰਸੀਦ ਭੇਜੀ ਜਾਵੇ। ਡੰਡੀ, ਸਟਾਪ। ਰਾਜਿੰਦਰ ਸਿੰਘ 100 ਸ਼ਬਦ ਪ੍ਰਤੀ ਮਿੰਟ ਕਿਤਾਬ ਵਿੱਚੋਂ ਪੈਰਾ ਨੰਬਰ 28। ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ, ਸਟਾਰਟ। ਲੜਕੀ ਦੇ ਜੀਵਨ ਨਾਲ ਹੀ ਦਾਜ, ਲਾਜ ਅਤੇ ਰਾਜ ਦੀਆਂ ਲਾਹਨਤਾਂ ਕਈ ਹਜ਼ਾਰ ਸਾਲਾਂ ਤੋਂ ਅਜਿਹੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਦੀ ਮਾਰ ਸਦਕਾ ਉਸਦੀ ਆਜ਼ਾਦਾਨਾ ਹਸਤੀ ਕਦੇ ਵੀ ਸਿਰਜੀ ਨਹੀਂ ਜਾ ਸਕੀ ਅਤੇ ਨਾ ਹੀ ਮਨੁੱਖ ਨੇ ਕਦੇ ਉਸਦੇ ਪੂਰਨ ਵਿਕਾਸ ਲਈ ਉਸਨੂੰ ਮੌਕਾ ਪ੍ਰਦਾਨ ਕਰਨ ਦੀ ਗੁੰਜਾਇਸ਼ ਛੱਡੀ ਹੈ। ਡੰਡੀ, ਉਂਝ ਕਹਿਣ ਨੂੰ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਲੜਕੀ ਦੀ ਸਿੱਖਿਆ ਪੁਰਸ਼ ਦੀ ਸਿੱਖਿਆ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। ਡੰਡੀ, ਅੱਜ ਤੋਂ 500-600 ਸਾਲ ਪਹਿਲਾਂ ਤਾਂ ਔਰਤਾਂ ਦੀ ਸਮੁੱਚੀ ਜੀਵਨ ਸਥਿਤੀ ਕਿਤੇ ਮਾੜੀ ਸੀ। ਡੰਡੀ, ਇਸ 'ਤੇ ਇਤਬਾਰ ਕਰਨਾ ਮੂਰਖਤਾ ਸਮਝਿਆ ਜਾਂਦਾ ਸੀ। ਡੰਡੀ, ਘਰ ਦੀ ਚਾਰ ਦੀਵਾਰੀ ਦੇ ਜੀਵਨ ਦਾ ਪਸਾਰ ਖੇਤਰ ਸੀ। ਡੰਡੀ, ਮੀਰ ਮਨੂ ਤੇ ਹੋਰ ਕਰਮਕਾਂਡੀ ਆਗੂਆਂ ਨੇ ਔਰਤ ਦੀ ਝੋਲੀ ਗਮਗੀਨੀ, ਨਿਰਾਦਰੀ, ਜ਼ਿੱਲਤ ਤੇ ਖੁਆਰੀ ਨਾਲ ਭਰ ਦਿੱਤੀ ਸੀ। ਡੰਡੀ, ਗੁਰੂ ਨਾਨਕ ਦੇਵ ਜੀ ਜਦੋਂ ਭਾਰਤ ਦੇ ਗਗਨ ਮੰਡਲ ਤੇ ਰੱਬ ਦਾ ਪੈਗਾਮ ਸਰਬ ਮਾਨਵਤਾ ਲਈ ਲੈ ਕੇ ਆਏ ਤਾਂ ਨਵੀਆਂ ਸੋਚਾਂ, ਨਵੀਆਂ ਉਮੰਗਾਂ, ਨਵੀਆਂ ਆਸਾਂ ਦਾ ਪ੍ਰਕਾਸ਼ ਫੈਲਣ ਲੱਗਾ। ਡੰਡੀ, ਉਹਨਾਂ ਨੇ ਆਪਣੇ ਮੁਖਾਰ ਬਿੰਦ ਵਿੱਚੋਂ ਜਿੱਥੇ ਉਸ ਸਮੇਂ ਦੇ ਸਮਾਜ ਵਿੱਚ ਪਸਰੇ ਵਹਿਮਾਂ ਭਰਮਾਂ, ਜਾਤਾਂ ਪਾਤਾਂ, ਕਰਮ ਕਾਂਡਾਂ ਬਾਰੇ ਆਵਾਜ਼ ਬੁਲੰਦ ਕੀਤੀ, ਉੱਥੇ ਉਹਨਾਂ ਨੇ ਔਰਤ ਦੇ ਮੰਦਹਾਲ ਜੀਵਨ 'ਤੇ ਵੀ ਭਰਮੀ ਆਵਾਜ਼ ਉਠਾਈ। ਡੰਡੀ, ਬੜੀ ਦਲੇਰੀ ਨਾਲ ਪੁਰਸ਼ ਵਰਗ ਨੂੰ ਫਿਟਕਾਰਦਿਆਂ ਕਿਹਾ ਕਿ ਔਰਤ ਦੀ ਕੁੱਖ ਤੋਂ ਜੰਮ ਕੇ ਇਸੇ ਨੂੰ ਪਰੇਸ਼ਾਨ ਕਰਦੇ ਹੋ, ਪਸ਼ੇਮਾਨ ਕਰਦੇ ਹੋ, ਦੁਰਕਾਰਦੇ ਹੋ ਤੇ ਪੈਰ ਦੀ ਜੁੱਤੀ ਸਮਝਦੇ ਹੋ। ਡੰਡੀ, ਕਿਤਨੀ ਅਭਾਗੀ ਗੱਲ ਹੈ ਕਿ ਉਹ ਔਰਤ ਜੋ ਰਾਜਿਆਂ ਰਾਣਿਆਂ, ਸੰਤਾਂ ਸਾਧਾਂ, ਸੂਰਬੀਰਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਮੰਦਾ ਕਿਹਾ ਜਾਂਦਾ ਹੈ। ਡੰਡੀ, ਸਿੱਖ ਗੁਰੂ ਸਾਹਿਬਾਨਾਂ ਦੇ ਇਹਨਾਂ ਬੋਲਾਂ ਤੇ ਆਦੇਸ਼ਾਂ ਸਦਕਾ ਔਰਤ ਦੀ ਮੰਦਹਾਲੀ ਤੇ ਸੋਚ ਫਿਕਰ ਹੋਣ ਲੱਗੀ ਤਾਂ ਇਨਸਾਨਾਂ ਦਾ ਇਸ ਪ੍ਰਤੀ ਨਜ਼ਰੀਆ ਕੁਝ ਦਇਆ ਵਾਲਾ, ਕੁਝ ਸਹਾਨਭੂਤੀ ਵਾਲਾ ਤੇ ਕੁਝ ਪਿਆਰ ਸਤਿਕਾਰ ਵਾਲਾ ਹੋਣਾ ਸ਼ੁਰੂ ਹੋਇਆ, ਜਿਸ ਸਦਕਾ ਇਹ ਮਾਨਵਤਾ ਦੀ ਬਿਹਤਰੀ ਦੀ ਭਾਵਨਾ ਜਗਾਉਣ ਵਿੱਚ ਆਪਣਾ ਨਿਰਾਲਾ ਯੋਗਦਾਨ ਪਾਉਣ ਵਿੱਚ ਉੱਭਰ ਕੇ ਸਾਹਮਣੇ ਆਉਣ ਲੱਗੀ। ਡੰਡੀ, ਗੁਰੂ ਨਾਨਕ ਦੇਵ ਜੀ ਦੀ ਪੂਜਨੀਕ ਭੈਣ ਬੇਬੇ ਨਾਨਕੀ, ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ, ਗੁਰੂ ਰਾਮਦਾਸ ਜੀ ਦੀ ਸੁਪਤਨੀ ਬੀਬੀ ਭਾਨੀ, ਗੁਰੂ ਹਰਗੋਬਿੰਦ ਸਾਹਿਬ ਦੀ ਮਾਤਾ ਮਾਤਾ ਗੰਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਗੁਜਰੀ ਤੇ ਮਹਿਲ ਮਾਤਾ ਸੁੰਦਰੀ, ਜੀਤੋ ਤੇ ਸਾਹਿਬ ਕੌਰ ਅਜਿਹੀਆਂ ਇਸਤਰੀਆਂ ਸਨ ਜਿਨ੍ਹਾਂ ਦਾ ਨਾਂ ਉਹਨਾਂ ਦੀਆਂ ਕੁਰਬਾਨੀਆਂ ਨਾਲ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ। ਡੰਡੀ, ਜਦੋਂ ਸਿੱਖ ਸਮਾਜ ਤੇ ਰਹੁ ਰੀਤੀ ਵਿੱਚ ਇਸਤਰੀ ਨੂੰ ਵੀ ਮਰਦ ਦੇ ਬਰਾਬਰ, ਸਗੋਂ ਮਰਦ ਤੋਂ ਅੱਗੇ ਸਮਝਣ ਦੀ ਪਿਰਤ ਪੈ ਗਈ ਤਾਂ ਇਤਿਹਾਸ ਗਵਾਹ ਹੈ ਕਿ ਸਿੱਖ ਸੂਰਬੀਰ ਬੱਚੀਆਂ ਨੇ ਆਪਣੇ ਪਤੀਆਂ, ਪੁੱਤਰਾਂ, ਭਰਾਵਾਂ ਨਾਲ ਮੋਢਾ ਢਾ ਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਿੱਚ ਕੋਈ ਕਸਰ ਨਾ ਛੱਡੀ। ਡੰਡੀ, ਸਿੱਖੀ ਸਿਦਕ ਦੀਆਂ
ਧਾਰਨੀ ਸਿੰਘਣੀਆਂ ਨੇ ਜਾਬਰਾਂ ਦੀਆਂ ਜੇਲ੍ਹਾਂ ਵਿੱਚ ਸਵਾ ਮਣ ਦੇ ਪੀਸਣੇ ਪੀਸੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਡੰਡੀ। ਇਹੀ ਕਾਰਨ ਹੈ ਕਿ ਉਹਨਾਂ ਦੇ ਇਤਨੇ ਉੱਚੇ ਸੁੱਚੇ ਇਖਲਾਕ ਤੇ ਸਿੱਖੀ ਜੀਵਨ ਕਾਰਨ ਉਹਨਾਂ ਦੀਆਂ ਕੁਰਬਾਨੀਆਂ ਹਰ ਰੋਜ਼ ਕਈ ਵਾਰੀ ਕੀਤੀ ਜਾਣ ਵਾਲੀ ਅਰਦਾਸ ਵਿੱਚ ਸ਼ਰਧਾ ਭਾਵਨਾ ਨਾਲ ਸਤਿਕਾਰੀਆਂ ਤੇ ਯਾਦ ਕੀਤੀਆਂ ਜਾਂਦੀਆਂ ਹਨ। ਡੰਡੀ ਸਟਾਪ।